ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 359 ਤੋਂ ਲੈ ਕੇ 360 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਕੀਤਾ ਹੋਵੈ ਕਰੈ ਕਰਾਇਆ, ਤਿਸ ਕਿਆ ਕਹੀਐ ਪਾਈ। ਜੋ ਕਿਛ ਕਰਨਾ ਸੋ ਕਰ ਰਹਿਆ, ਕੀਤੇ ਕਿਆ ਚਤੁਰਾਈ। ਤੇਰਾ ਹੁਕਮ ਭਲਾ ਤੁਧ ਪਾਵੈ, ਨਾਨਕ ਤਾਕੋ ਮਿਲੈ ਵਡਾਈ। ਸਾਚੇ ਨਾਮ ਸਮਾਵੈ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੋ ਕੁਛ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ ਉਹ ਉਸ ਪਰਮਾਤਮਾ ਦਾ ਕੀਤਾ ਕਰਾਇਆ ਹੋ ਰਿਹਾ ਹੈ। ਅਤੇ ਜੇ ਕੋਈ ਕਰਨੇ ਵਾਲਾ ਇਹ ਸੋਚੇ ਕਿ ਵੀ ਮੈਂ ਕੀਤਾ, ਵੀ ਇਹਦੇ 'ਚ ਮੈਂ 'ਚ ਕਹਿ ਕੇ ਵੀ ਮੈਂ ਕਰ ਰਿਹਾ, ਕਹਿੰਦੇ ਇਹਦੇ ਵਿੱਚ ਕੋਈ ਸਿਆਣਪ ਨਹੀਂ ਹੈ। ਕਹਿੰਦੇ ਪਰਮਾਤਮਾ ਦੇ ਬਣਾਏ ਹੋਏ ਬੰਦੇ ਕਹਿਣ ਕਿ ਅਸੀਂ ਇਹ ਕੰਮ ਕੀਤਾ ਹੈ, ਕਹਿੰਦੇ ਇਹਦੇ ਵਿੱਚ ਉਹਨਾਂ ਦੀ ਕੋਈ ਚਤੁਰਾਈ ਨਹੀਂ ਹੈ। ਜੋ ਪਰਮਾਤਮਾ ਕਰਾ ਰਿਹਾ ਹੈ ਕਿਸੇ ਕੋਲੋਂ ਉਹੀ ਕੰਮ ਹੋ ਰਿਹਾ ਹੈ। ਕਹਿੰਦੇ ਪਰਮਾਤਮਾ ਜੀ ਜੋ ਕੁਛ ਤੈਨੂੰ ਚੰਗਾ ਲੱਗ ਰਿਹਾ ਹੈ ਤੂੰ ਉਹ ਦੁਨੀਆ ਵਿੱਚ ਕਰ ਰਿਹਾ ਹੈ। ਤੇਰਾ ਕਹਿੰਦੇ ਜਿਹੜਾ ਹੁਕਮ ਤੈਨੂੰ ਚੰਗਾ ਲੱਗਦਾ ਤੂੰ ਉਹ ਵਰਤਾ ਰਿਹਾ ਹੈ। ਕਹਿੰਦੇ ਜੋ ਕਹਿੰਦੇ ਜੀਵ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਉਹਦੇ ਨਾਮ ਦੇ ਜਾਪ ਕਰਦਾ ਅਤੇ ਉਹਦੀ ਫਿਰ ਨਾਮ ਵਿੱਚ ਸਮਾਈ ਹੁੰਦੀ ਆ, ਉਸ ਨੂੰ ਹੀ ਵਡਿਆਈ ਮਿਲਦੀ ਆ। ਕਿਰਤ ਪਿਆ ਪਰਵਾਣਾ ਲਿਖਿਆ, ਬਾਹੁੜ ਹੁਕਮ ਨਾ ਹੋਈ। ਜੈਸਾ ਲਿਖਿਆ ਤੈਸਾ ਪੜਿਆ, ਮੇਟ ਨਾ ਸਕੈ ਕੋਈ। ਕਹਿੰਦੇ ਜਿਵੇਂ ਜਿਵੇਂ ਜੀਵ ਦੇ ਪੁਰਾਣੇ ਸੰਸਕਾਰਾਂ ਦੇ ਅਨੁਸਾਰ ਉਹਦੇ ਲੇਖ ਲਿਖੇ ਨੇ ਉਵੇਂ ਉਵੇਂ ਕਹਿੰਦੇ ਜੀਵ ਕਾਰ ਕਰ ਰਹੇ ਨੇ। ਜਿਹੜਾ ਕਹਿੰਦੇ ਪਰਮਾਤਮਾ ਦਾ ਜੀਵ ਦੇ ਲੇਖ ਲਿਖਣ ਲਈ ਚੱਲੀ ਕਲਮ ਆ, ਇੱਕ ਵਾਰ ਚੱਲੀ ਆ, ਉਹ ਦੁਬਾਰਾ ਨਹੀਂ ਕਹਿੰਦੇ ਚੱਲਦੀ। ਜੋ ਜੀਵ ਦੇ ਲੇਖੇ ਵਿੱਚ ਪੈ ਗਿਆ ਉਸ ਅਨੁਸਾਰ ਜੀਵ ਹੁਣ ਦੀ ਜ਼ਿੰਦਗੀ ਜੀ ਰਹੇ ਨੇ ਆਪਣੇ ਪੁਰਾਣੇ ਸੰਸਕਾਰਾਂ ਦੇ ਨਾਲ। ਲੇਖੇ ਦੀ ਕਲਮ ਉਸ ਮਾਲਕ ਦੀ ਚੱਲੀ ਆ ਪੁਰਾਣੇ ਸੰਸਕਾਰਾਂ ਦੇ ਹਿਸਾਬ ਨਾਲ। ਇਸ ਲੇਖ ਨੂੰ ਕੋਈ ਮੇਟ ਨਹੀਂ ਸਕਦਾ। ਮੇਟ ਸਕਦਾ ਤਾਂ ਸੱਚਾ ਕਰਤਾ ਆਪ ਹੀ ਮੇਟ ਸਕਦਾ। ਉਹ ਜੀਵ ਦੇ ਨਾਮ ਦੀ ਕਮਾਈ 'ਤੇ ਨਿਰਭਰ ਕਰਦਾ ਕਿ ਸੱਚੇ ਨੂੰ ਉਹਦੀ ਨਾਮ ਦੀ ਕਮਾਈ ਭਾ ਗਈ ਤਾਂ ਉਹਦੇ ਲੇਖ ਬਦਲ ਸਕਦੇ ਨੇ। ਇੱਕ ਸੱਚਾ ਬਦਲ ਸਕਦਾ, ਹੋਰ ਕੋਈ ਨਹੀਂ ਲਿਖਿਆ ਮੇਟ ਸਕਦਾ ਸੱਚੇ ਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਰਤ ਪਿਆ ਪਰਵਾਣਾ ਲਿਖਿਆ, ਬਾਹੁੜ ਹੁਕਮ ਨਾ ਹੋਈ। ਜੈਸਾ ਲਿਖਿਆ ਤੈਸਾ ਪੜਿਆ, ਮੇਟ ਨਾ ਸਕੈ ਕੋਈ। ਜੇ ਕੋ ਦਰਗਹਿ ਬਹੁਤਾ ਬੋਲੇ, ਨਾਉ ਪਵੈ ਬਾਜ਼ਾਰੀ। ਸਤਰੰਜ ਬਾਜੀ ਪੱਕੈ ਨਾਹੀ, ਕੱਚੀ ਆਵੈ ਸਾਰੀ। ਕਹਿੰਦੇ ਜੇ ਕੋਈ ਬਹੁਤਾ ਮਤਲਬ ਆਪਦੇ ਜ਼ਿੰਦਗੀ ਦੇ ਜੋ ਉਸ ਹਿਸਾਬ ਨਾਲ ਚੱਲ ਰਹੀ ਆ ਉਹਦੇ ਬਾਰੇ ਬਹੁਤੇ ਕਹਿੰਦੇ ਗਿਲੇ ਸ਼ਿਕਵੇ ਕਰਦਾ, ਫਿਰ ਕਹਿੰਦੇ ਉਹਨੂੰ ਬੜਬੋਲਾ ਸਮਝਿਆ ਜਾਣ ਲੱਗ ਜਾਂਦਾ। ਕਹਿੰਦੇ ਜੀਵ ਇੱਕ ਕੱਚੀਆਂ ਨਰਦਾਂ ਨੇ, ਆਪਣੀ ਜਿਸ ਤਰ੍ਹਾਂ ਸੰਸਾਰ ਵਿੱਚ ਆਪਣੀ ਜੀਵਨ ਦੀ ਖੇਡ ਰਹੇ ਨੇ, ਪਰ ਕਹਿੰਦੇ ਇਹ ਕੱਚੀਆਂ ਨਰਦਾਂ ਵਾਂਗ ਨੇ। ਜਿਵੇਂ ਸ਼ਤਰੰਜ ਵਿੱਚ ਕੱਚੀਆਂ ਨਰਦਾਂ ਹੁੰਦੀਆਂ ਨੇ, ਬਹੁਤੀ ਦੇਰ ਨਹੀਂ ਪੁੱਗਦੀਆਂ, ਇਸ ਤਰ੍ਹਾਂ ਹੀ ਜੀਵ ਦੀ ਜ਼ਿੰਦਗੀ ਆ। ਜਿਹੜੇ ਉਹਦੇ ਨਾਮ ਵਿੱਚ ਟਿਕ ਜਾਂਦੇ ਨੇ ਉਹ ਫਿਰ ਤਰ ਜਾਂਦੇ ਨੇ। ਨਾ ਕੋ ਪੜਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ। ਬੰਦੀ ਅੰਦਰ ਸਿਫਤ ਕਰਾਏ, ਤਾਂ ਕੋ ਕਹੀਐ ਬੰਦਾ। ਕਹਿੰਦੇ ਨਾ ਹੀ ਤਾਂ ਕੋਈ ਵੱਡਾ ਵਿਦਵਾਨ ਆ ਪੜ੍ਹਿਆ ਲਿਖਿਆ। ਜੇ ਕੋਈ ਸਮਝੇ ਕਿ ਵੀ ਮੈਂ ਵੱਡਾ ਵਿਦਵਾਨ ਬਣ ਗਿਆ, ਜਿਸ ਤਰ੍ਹਾਂ ਪਰਮਾਤਮਾ ਕਿਸੇ ਤੋਂ
ਕਰਵਾ ਰਹੇ ਨੇ ਕਿਰਤ ਕਾਰ ਵਿਵਹਾਰ ਉਸ ਤਰ੍ਹਾਂ ਜੀਵ ਕਰ ਰਿਹਾ। ਅਤੇ ਨਾ ਹੀ ਕਹਿੰਦੇ ਕੋਈ ਮੂਰਖ ਆ, ਨਾ ਕੋ ਪੜ੍ਹਿਆ ਪੰਡਿਤ ਬਿਨਾ ਨਾ ਕੋ ਮੂਰਖ ਮੰਦਾ, ਨਾ ਹੀ ਕਿਸੇ ਨੂੰ ਇਹ ਸਮਝ ਲਓ ਕਿ ਵੀ ਇਹ ਮੂਰਖ ਆ। ਕਹਿੰਦੇ ਬੰਦਾ ਤੇ ਉਹ ਆ ਜਿਹਨੂੰ ਪਰਮਾਤਮਾ ਆਪਣੇ ਭਾਣੇ 'ਚ ਰੱਖ ਕੇ ਆਪਣੀ ਸਿਫਤ ਸਲਾਹ ਕਰਾ ਲੈਂਦਾ ਹੈ। ਨਾ ਕੋ ਪੜ੍ਹਿਆ ਪੰਡਿਤ ਬਿਨਾ ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਕਰਾਏ ਤਾਂ ਕਹੋ ਕਹੀਏ ਬੰਦਾ। ਜਿਹਦੇ 'ਤੇ ਪਰਮਾਤਮਾ ਮਿਹਰ ਕਰਕੇ ਆਪਣੀ ਰਜ਼ਾ ਵਿੱਚ ਰੱਖ ਕੇ ਆਪਣੀ ਸਿਫਤ ਸਲਾਹ ਕਰਵਾ ਲੈਂਦਾ, ਉਹੀ ਬੰਦਾ ਕਹੀਏ। ਕਹਿੰਦੇ ਪਰਮਾਤਮਾ ਦਾ ਬੰਦਾ। ਆਸਾ ਮਹੱਲਾ ਪਹਿਲਾ। ਗੁਰ ਕਾ ਸ਼ਬਦ ਮਨੇ ਮਹਿ ਮੁੰਦਰਾ, ਖਿੰਥਾ ਖਿਮਾ ਹੰਡਾਵੋ। ਜੋ ਕਿਛ ਕਰੇ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਕਹਿੰਦੇ ਜਿਹੜੇ ਜੀਵ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਕਹਿੰਦੇ ਅੰਦਰ ਮਨ 'ਚ ਵਸਾਉਂਦੇ ਨੇ, ਆਪਣੇ ਵੱਲੋਂ ਵੀ ਦੱਸ ਰਹੇ ਨੇ। ਕਹਿੰਦੇ ਜਿਸ ਤਰ੍ਹਾਂ ਜੋਗੀਆਂ ਨਾਲ ਗੱਲ ਚੱਲ ਰਹੀ ਹੈ, ਕਹਿੰਦੇ ਨੇ ਕਿ ਵੀ ਮੈਂ ਗੁਰੂ ਦੇ ਸ਼ਬਦ ਨੂੰ ਮਨ ਦੇ ਵਿੱਚ ਵਸਾਇਆ, ਇਹ ਕਹਿੰਦੇ ਮੇਰੇ ਲਈ ਮੁੰਦਰਾ ਪਾਉਣਾ ਹੈ। ਕਹਿੰਦੇ ਦੂਸਰਿਆਂ ਦੀ ਵਧੀਕੀ ਨੂੰ ਮਾਫ ਕਰ ਦੇਣਾ, ਕਹਿੰਦੇ ਇਹ ਮੈਂ ਗੋਦੜੀ ਪਾਈ ਹੋਈ ਆ। ਜੋ ਕੁਛ ਕਹਿੰਦੇ ਪਰਮਾਤਮਾ ਕਰ ਰਿਹਾ, ਜੋ ਕੁਛ ਕਰੇ ਭਲਾ ਕਰ ਮਾਨੋ, ਉਹਦੀ ਰਜ਼ਾ ਨੂੰ ਮਿੱਠੀ ਕਰਕੇ ਮੰਨੀਏ। ਇਹ ਕਹਿੰਦੇ ਮੈਂ ਸਹਿਜ ਜੋਗ ਕਮਾ ਰਿਹਾ ਹਾਂ। ਇਹ ਕਹਿੰਦੇ ਬਹੁਤ ਵੱਡਾ ਖਜ਼ਾਨੇ ਵਾਲਾ ਜੋਗ ਆ ਜੋ ਮੈਂ ਕਮਾ ਰਿਹਾ ਹਾਂ। ਬਾਬਾ ਜੁਗਤਾ ਜੀਓ ਜੁਗੈ ਜੁਗ, ਜੋਗੀ ਪਰਮ ਤੰਤ ਮਹਿ ਜੋਗ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗ ਰਹਾਓ। ਕਹਿੰਦੇ ਹੇ ਜੋਗੀ, ਕਹਿੰਦੇ ਜੁਗਾਂ ਜੁਗਾਂ ਤੋਂ ਕਹਿੰਦੇ ਸਾਡੇ ਲਈ ਇਹ ਜੋਗ ਆ। ਜੋਗ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਰਹਿਣਾ। ਕਹਿੰਦੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਿਸ ਜੀਵ ਨੂੰ ਮਿਲ ਗਿਆ, ਕਹਿੰਦੇ ਉਹ ਉਸ ਦੇ ਨਾਲ ਆਪਣੇ ਅੰਦਰ ਆਨੰਦ ਭੋਗਦਾ ਹੈ। ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਪਾ ਲਿਆ, ਉਹ ਉਹਦੇ ਨਾਲ ਆਨੰਦ ਭੋਗਦਾ ਹੈ। ਕਹਿੰਦੇ ਸਿਵ ਨਗਰੀ ਮੈਂ ਆਸਣ ਬੈਸੋ, ਕਲਪ ਤਿਆਗੀ ਬਾਦਮ। ਸਿੰਘੀ ਸ਼ਬਦ ਸਦਾ ਤੁਨ ਸੋ ਹੈ, ਅਹਨਸ ਪੂਰੈ ਨਾਦਮ। ਕਹਿੰਦੇ ਹੇ ਜੋਗੀ, ਅਸੀਂ ਵੀ ਕਹਿੰਦੇ ਆਸਣ 'ਤੇ ਬੈਠਦੇ ਹਾਂ। ਸਾਡਾ ਆਸਣ ਕਹਿੰਦੇ ਕੀ ਆ? ਸਾਡਾ ਆਸਣ ਹੈਗਾ ਕਿ ਜਿਹੜੀਆਂ ਸੰਸਾਰ ਦੀਆਂ ਇੱਛਾਵਾਂ ਨੇ, ਕਲਪਨਾ ਨੇ, ਉਹ ਖਤਮ ਕਰਨੀਆਂ। ਸੰਸਾਰ ਦੇ ਜਿਹੜੇ ਝਗੜੇ ਨੇ ਉਹ ਮਨ ਦੇ ਵਿੱਚੋਂ ਖਤਮ ਕਰਨੇ। ਕਹਿੰਦੇ ਤੁਸੀਂ ਤੇ ਮਤਲਬ ਹੈਗਾ ਨਾ ਕਿ ਵੀ ਮਰਨ ਤੋਂ ਬਾਅਦ ਕਹਿੰਦੇ ਅਸੀਂ ਸ਼ਿਵ ਦੀ ਨਗਰੀ 'ਚ ਪਹੁੰਚਣਾ। ਕਹਿੰਦੇ ਅਸੀਂ ਜੀਂਦੇ ਜੀ ਮਨ ਦੀਆਂ ਕਹਿੰਦੇ ਇੱਛਾਵਾਂ ਤਿਆਗ ਕੇ, ਸੰਸਾਰੀ ਕਹਿੰਦੇ ਝਗੜੇਬਾਜ਼ ਤਿਆਗ ਕੇ ਅਸੀਂ ਕਹਿੰਦੇ ਇਸ ਜੀਵਨ ਦੇ ਵਿੱਚ ਹੀ ਕਹਿੰਦੇ ਸ਼ਿਵ ਦੀ ਨਗਰੀ ਵਿੱਚ ਆਨੰਦ ਵਿੱਚ ਰਹਿੰਦੇ ਹਾਂ। ਸਾਡੀ ਕਹਿੰਦੇ ਸਿੰਗੀ ਕੀ ਆ? ਤੁਸੀਂ ਸਿੰਗੀ ਵਜਾਉਂਦੇ ਹੋ। ਸਾਡੇ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਆ, ਅੰਤਰ ਆਤਮੇ ਕਹਿੰਦੇ ਉਹਦੀ ਧੁਨ ਇੱਕ ਰਸ ਚੱਲਦੀ ਆ, ਦਿਨ ਰਾਤ ਕਹਿੰਦੇ ਉਹਦਾ ਨਾਦ ਚੱਲਦਾ। ਇਹ ਸਾਡੇ ਲਈ ਸਿੰਗੀ ਆ, ਪਰਮਾਤਮਾ ਦਾ ਸ਼ਬਦ ਮਨ ਦੇ ਵਿੱਚ ਵਸ ਜਾਣਾ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵਿਭੂਤਮ। ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਅਤੀਤਮ। ਕਹਿੰਦੇ ਤੁਸੀਂ ਹੱਥ ਵਿੱਚ ਖੱਪਰ ਫੜ ਕੇ ਘਰੀ ਘਰੀ ਮੰਗਦੇ ਹੋ। ਕਹਿੰਦੇ ਸਾਡਾ ਮੰਗਣਾ ਹੈ ਪਰਮਾਤਮਾ ਅੱਗੇ ਉਹਦਾ ਨਾਮ ਦਾਨ ਮੰਗਣਾ। ਕਹਿੰਦੇ ਤੁਸੀਂ ਡੰਡਾ ਫੜਦੇ ਹੋ ਹੱਥ ਵਿੱਚ, ਸਾਡਾ ਹੈ ਚੰਗੀ ਮੱਤ, ਇਹ ਸਾਡੀ ਡੰਡਾ ਹੈ। ਕਹਿੰਦੇ ਤੁਸੀਂ ਸਰੀਰ ਨੂੰ ਵਿਭੂਤ ਲਾਉਂਦੇ ਹੋ, ਪਰਮਾਤਮਾ ਨੂੰ ਹਰ ਇੱਕ ਜਗ੍ਹਾ 'ਤੇ ਵਿਆਪਕ ਦੇਖਣਾ, ਇਹ ਸਾਡੇ ਲਈ ਸਰੀਰ ਨੂੰ ਵਿਭੂਤ ਲਾਉਣਾ ਹੈ। ਕਹਿੰਦੇ ਸਾਡੀ ਕਹਿੰਦੇ ਜੀਵਨ ਮਰਿਆਦਾ ਇਹ ਹੈ ਕਿ ਗੁਰੂ ਦੇ ਸਨਮੁਖ ਹੋ ਕੇ ਮਾਇਆ ਤੋਂ ਅਤੀਤ ਹੋਣਾ, ਇਸ ਸੰਸਾਰ ਦੇ ਪਦਾਰਥਾਂ ਤੋਂ ਕਹਿੰਦੇ ਨਿਰਲੇਪ ਰਹਿਣਾ। ਇਹ ਸਾਡੀ ਜੀਵਨ ਦੀ ਜੁਗਤ ਹੈ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕਮ।
ਕਹੁ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਹੇ ਪਰਥਰ ਜੋਗੀ, ਕਹਿੰਦੇ ਸਾਡੇ ਲਈ ਜਿੱਦਾਂ ਜੋਗੀਆਂ ਸਮਿਆਂ ਕਹਿੰਦੇ ਨੇ ਜਿਹੜੇ ਜੋਗੀ ਲੋਕ ਜਦੋਂ ਸਮਾਧੀ ਲਾਉਂਦੇ ਸੀ ਨਾ, ਆਪਣੀਆਂ ਬਾਹਾਂ ਇੱਕ ਲੱਕੜ ਦੇ ਸ਼ਿਕੰਜੇ 'ਤੇ ਰੱਖਦੇ ਸੀ। ਕਹਿੰਦੇ ਸੰਸਾਰ ਦੇ ਵਿੱਚ ਪਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ ਅਨੇਕਾਂ ਭਾਂਤਾਂ ਦੇ ਜੀਵ ਬਣਾਏ ਨੇ। ਸਾਰਿਆਂ ਵਿੱਚ ਕਹਿੰਦੇ ਉਸ ਪਰਮਾਤਮਾ ਦੀ ਜੋਤ ਨੂੰ ਦੇਖ ਕੇ, ਜੋਤ ਨੂੰ ਸਮਝ ਕੇ, ਅਨੁਭਵ ਕਰਕੇ ਉਸ ਪਰਮਾਤਮਾ ਦੇ ਵਿੱਚ ਚਰਨਾਂ ਦੇ ਵਿੱਚ ਕਹਿੰਦੇ ਜੋ ਸਾਡਾ ਕਹਿੰਦੇ ਜਿਹੜੀ ਹੈਗੀ ਆ ਸੁਰਤ ਜੁੜ ਜਾਏ, ਕਹਿੰਦੇ ਇਹੀ ਸਾਡੇ ਲਈ ਕਹਿੰਦੇ ਸਮਿਆਂ ਉਹ ਸਮਾਧੀ ਲਾਉਣ ਵਾਲੀ ਜਿਹੜੀ ਤੁਸੀਂ ਵਰਤਦੇ ਹੋ। ਸਾਰੇ ਸੰਸਾਰ ਵਿੱਚ ਉਸ ਦੀ ਜੋਤ ਨੂੰ ਵਿਆਪਕ ਕਹਿੰਦੇ ਅਨੁਭਵ ਕਰਨਾ ਅਤੇ ਉਸ ਸੱਚੇ ਦੇ ਕਹਿੰਦੇ ਚਰਨਾਂ ਵਿੱਚ ਸਾਡੀ ਲਿਵ ਲੱਗ ਜਾਣੀ, ਇਹੀ ਸਾਡੇ ਲਈ ਸਮਿਆਂ ਹੈਗੀ ਆ। ਆਸਾ ਮਹੱਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਜਿਸ ਤਰ੍ਹਾਂ ਜੋਗੀ ਲੋਕ ਅਲੱਗ ਅਲੱਗ ਤਰ੍ਹਾਂ ਦੇ ਮਤਲਬ ਜਿੱਦਾਂ ਸ਼ਰਾਬ ਵਗੈਰਾ ਨਸ਼ੇ ਵਗੈਰਾ ਬਣਾਉਂਦੇ ਸੀ ਕਿ ਸਾਨੂੰ ਮਤਲਬ ਇਸ ਤਰ੍ਹਾਂ ਸਾਡੀ ਸੁਰਤ ਜੁੜੀ ਰਹੇ, ਅਤੇ ਉਸ ਤਰ੍ਹਾਂ ਦੱਸ ਰਹੇ ਨੇ। ਕਹਿੰਦੇ ਸਾਡੇ ਲਈ ਜਿਹੜਾ ਹੈਗਾ ਗਿਆਨ, ਕਹਿੰਦੇ ਪਰਮਾਤਮਾ ਦੇ ਨਾਲ ਕਹਿੰਦੇ ਸਾਂਝ ਪਾਉਣੀ, ਇਹ ਸਾਡੇ ਲਈ ਕਹਿੰਦੇ ਗੁੜ ਹੈਗਾ। ਪਰਮਾਤਮਾ ਦੇ ਕਹਿੰਦੇ ਚਰਨਾਂ ਦੇ ਵਿੱਚ ਸੁਰਤ ਕਹਿੰਦੇ ਜੋੜ ਲੈਣੀ, ਇਹ ਸਾਡੇ ਲਈ ਮਹੂਏ ਦੇ ਫੁੱਲ ਨੇ। ਕਹਿੰਦੇ ਚੰਗੀ ਜਿਹੜੀ ਹੈਗਾ ਆਚਰਣ ਉਹ ਹੈਗੇ ਨੇ ਕਹਿੰਦੇ ਲੱਕੜ ਦੇ ਜਿਹੜੇ ਸੱਕ ਪਾਉਣੇ ਨੇ ਕਹਿੰਦੇ। ਫਿਰ ਕਹਿੰਦੇ ਜਿਹੜੀ ਸਾਡਾ ਸਰੀਰ ਆ ਅਸੀਂ ਇਸ ਨੂੰ ਭੱਠੀ ਬਣਾਉਣੇ ਆ ਕਹਿੰਦੇ। ਫਿਰ ਇਹਦੇ ਵਿੱਚ ਕਹਿੰਦੇ ਪੋਚਾ ਜਿਹੜਾ ਤੁਸੀਂ ਵਰਤਦੇ ਹੋ ਅਰਕ ਵਾਲੀ ਨਾਲੀ 'ਤੇ ਲਾਉਣ ਲਈ, ਅਸੀਂ ਕਹਿੰਦੇ ਆਪਣੇ ਪਰਮਾਤਮਾ ਲਈ ਪ੍ਰੇਮ ਨੂੰ ਪੋਚਾ ਬਣਾਇਆ। ਇਸ ਹਿਸਾਬ ਨਾਲ ਕਹਿੰਦੇ ਅਸੀਂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਚੋਈਦਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਅਹਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ ਰਹਾਓ। ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਸ ਜੀਵ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਕਹਿੰਦੇ ਮਸਤਾਨਾ ਹੋ ਜਾਂਦਾ। ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਜਿਸ ਜੀਵ ਦਾ ਮਨ ਰੰਗਿਆ ਜਾਂਦਾ, ਮਤਵਾਲਾ ਹੋ ਜਾਂਦਾ, ਕਹਿੰਦੇ ਦਿਨ ਰਾਤ ਕਹਿੰਦੇ ਉਸ ਜੀਵ ਦੀ ਕਹਿੰਦੇ ਜਿਹੜਾ ਪ੍ਰੇਮ ਆ ਪਰਮਾਤਮਾ ਦੇ ਚਰਨਾਂ 'ਚ ਲੱਗਿਆ ਰਹਿੰਦਾ, ਅਤੇ ਉਹਦੇ ਅੰਦਰ ਪਰਮਾਤਮਾ ਦੇ ਸਿਫਤ ਸਲਾਹ ਦਾ ਵਾਜਾ, ਸ਼ਬਦ ਗੁਰੂ ਦਾ ਉਹਦੇ ਅੰਦਰ ਇੱਕ ਰਸ ਚੱਲਦਾ ਰਹਿੰਦਾ। ਕਹਿੰਦੇ ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪੀਆਏ ਜਾ ਕੋ ਨਦਰ ਕਰੇ। ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦ ਛੂਛੈ ਪਾਓ ਤਰੇ। ਕਹਿੰਦੇ ਜਿਸ ਜੀਵ 'ਤੇ ਪਰਮਾਤਮਾ ਕਹਿੰਦੇ ਮਿਹਰ ਦੀ ਨਦਰ ਕਰਦਾ ਨਾ, ਕਹਿੰਦੇ ਉਸ ਨੂੰ ਕਹਿੰਦੇ ਇਸ ਆਪਣੇ ਸੱਚੇ ਅੰਮ੍ਰਿਤ ਰੂਪੀ ਨਾਮ ਦਾ ਪਿਆਲਾ ਪਿਲਾਉਂਦਾ। ਜਿਹੜਾ ਜੀਵ ਕਹਿੰਦੇ ਇਸ ਅੰਮ੍ਰਿਤ ਰੂਪੀ ਨਾਮ ਦਾ ਵਪਾਰ ਕਰਦਾ, ਕਹਿੰਦੇ ਫਿਰ ਉਹ ਤੁਹਾਡੇ ਵਾਲੀ ਜਿਹੜੀ ਝੂਠੀ ਸ਼ਰਾਬ ਆ ਉਹਦੇ ਵੱਲ ਧਿਆਨ ਨਹੀਂ ਧਰਦਾ। ਉਹ ਕਹਿੰਦੇ ਅੰਮ੍ਰਿਤ ਦਾ ਵਪਾਰੀ ਹੁੰਦਾ। ਕਹਿੰਦੇ ਫਿਰ ਉਹ ਅੰਮ੍ਰਿਤ ਦਾ ਨਾਮ ਰੂਪੀ ਕਹਿੰਦੇ ਵਪਾਰ ਕਰਦਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਨ ਪਿਆ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠੇ ਕਰੇ ਕਿਆ। ਕਹਿੰਦੇ ਫਿਰ ਜਿਹੜਾ ਜੀਵ ਕਹਿੰਦੇ ਗੁਰੂ ਦੀ ਕਹਿੰਦੇ ਸਿੱਖਿਆ ਵਾਲੀ ਜਿਹੜੀ ਅੰਮ੍ਰਿਤ ਬਾਣੀ ਆ, ਕਹਿੰਦੇ ਉਹਦੇ ਵੱਲ ਧਿਆਨ ਧਰਦਾ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ। ਕਹਿੰਦੇ ਜਿਹੜੇ ਜੀਵ ਨੂੰ ਉਸ ਪਰਮਾਤਮਾ ਦੇ ਕਹਿੰਦੇ ਦੀਦਾਰ ਦੀ ਪਿਆਸ ਹੋਵੇ, ਕਹਿੰਦੇ ਉਹਨੂੰ ਕੋਈ ਮੁਕਤੀ ਜਾਂ ਸਵਰਗ ਵਾਲੀਆਂ ਕਹਿੰਦੇ ਤੁਹਾਡੇ ਵਾਲੀਆਂ ਇਹ ਗੱਲਾਂ ਨਹੀਂ ਉਹਨੂੰ ਚੰਗੀਆਂ ਲੱਗਦੀਆਂ, ਉਹਨੂੰ ਤੇ ਉਸ ਪਰਮਾਤਮਾ ਦਾ ਦੀਦਾਰ ਚਾਹੀਦਾ ਹੁੰਦਾ। ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮ ਨ ਹਾਰੈ। ਕਹੁ ਨਾਨਕ ਸੁਣ ਪਰਥਰ ਜੋਗੀ, ਖੀਵਾ ਅੰਮ੍ਰਿਤ ਤਾਰੈ।
ਕਹਿੰਦੇ ਹੇ ਭਰਥਰ ਜੋਗੀ, ਜਿਹੜਾ ਜੀਵ ਉਸ ਪਰਮਾਤਮਾ ਦੇ ਨਾਮ ਦਾ ਪਿਆਸਾ ਹੈ, ਕਹਿੰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਲੱਗਦਾ ਹੈ। ਫਿਰ ਉਹ ਆਪਣਾ ਇਹ ਮਨੁੱਖਾ ਜੀਵਨ ਇਹਨੂੰ ਕੌਡੀ ਬਦਲੇ, ਸੰਸਾਰਕ ਪਦਾਰਥਾਂ ਬਦਲੇ ਹਾਰ ਕੇ ਨਹੀਂ ਜਾਂਦਾ। ਉਹ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਵਿੱਚ ਮਸਤ ਹੋਇਆ ਰਹਿੰਦਾ ਹੈ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੋਸਤਾਨ ਡਰਾਇਆ। ਆਪੈ ਦੋਸ ਨ ਦੇਈ, ਕਰਤਾ ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕਰ ਲਾਣੈ, ਤੈਂ ਕੀ ਦਰਦ ਨ ਆਇਆ। ਹਾਂਜੀ ਸੰਗਤ ਜੀ, ਇੱਥੇ ਪਾਤਸ਼ਾਹ ਬਾਬਰ ਦੇ ਹਮਲੇ ਬਾਰੇ ਦੱਸ ਰਹੇ ਆ। ਕਹਿੰਦੇ ਬਾਬਰ ਨੇ ਖੁਰਾਸਾਨ ਜਿਹੜਾ ਉਹਦਾ ਆਪਣਾ ਦੇਸ਼ ਸੀ, ਉਹ ਕਿਸੇ ਦੇ ਹਵਾਲੇ ਕਰਕੇ ਫਿਰ ਉਹਨੇ ਹਿੰਦੁਸਤਾਨ 'ਤੇ ਹਮਲਾ ਕੀਤਾ। ਹਿੰਦੁਸਤਾਨ 'ਤੇ ਹਮਲਾ ਕਰਨ ਦਾ ਉਹਦਾ ਇਹ ਕਾਰਨ ਸੀ, ਜਿਹੜੇ ਮੁਗਲ ਸੀ ਉਹ ਉਦੋਂ ਐਸ਼ੋ ਆਰਾਮ ਵਿੱਚ ਲੱਗ ਗਏ ਅਤੇ ਸ਼ਰਾਬਾਂ ਦੇ ਨਸ਼ੇ 'ਚ ਡੁੱਬ ਗਏ। ਉਹਨਾਂ ਦੇ ਮਤਲਬ ਦੇਸ਼ ਨੂੰ ਸੰਭਾਲਿਆ ਨਹੀਂ। ਫਿਰ ਕਹਿੰਦੇ ਉਹਨਾਂ ਦੀ ਇਸ ਗਲਤੀ ਦਾ ਅਹਿਸਾਸ ਕਰਾਉਣ ਲਈ ਪਰਮਾਤਮਾ ਨੇ ਬਾਬਰ ਕੋਲੋਂ ਹਿੰਦੁਸਤਾਨ 'ਤੇ ਹਮਲਾ ਕਰਵਾਇਆ। ਫਿਰ ਕਹਿੰਦੇ ਵੀ ਉਹ ਤੇ ਸੀ ਜਿਹੜੇ ਮੁਗਲ ਐਸ਼ੋ ਇਸਰਤ ਵਿੱਚ ਲੱਗੇ ਹੋਏ ਸੀ, ਜਿਹੜੇ ਹਿੰਦੁਸਤਾਨ 'ਤੇ ਸੀ ਉਦੋਂ, ਜਾਂ ਜਿਹੜੇ ਹਿੰਦੂ ਪਠਾਨ ਸੀ ਜਿਹੜੇ, ਉਹਨਾਂ ਦੇ ਕੁਛ ਰਾਜ ਸੀਗੇ। ਉਹ ਵੀ ਮਤਲਬ ਇੱਦਾਂ ਦੀ ਜਿੱਦਾਂ ਐਸ਼ੋ ਵਾਲੀ ਆਰਾਮ ਵਾਲੀ ਜ਼ਿੰਦਗੀ 'ਚ ਲੱਗ ਗਏ ਅਤੇ ਦੇਸ਼ ਦੇ ਬਾਰੇ ਉਹਨਾਂ ਨੂੰ ਖਿਆਲ ਨਹੀਂ ਰਿਹਾ। ਪਰ ਕਹਿੰਦੇ ਚਲੋ ਠੀਕ ਆ, ਵੀ ਉਹਨਾਂ ਨੂੰ ਤਾਂ ਤੂੰ ਸਿੱਖਿਆ ਪਰਮਾਤਮਾ ਦੇਣ ਲਈ ਉਹਨਾਂ 'ਤੇ ਤੂੰ ਹਮਲਾ ਕਰਵਾਇਆ। ਪਰ ਕਹਿੰਦੇ ਉਹਨਾਂ ਦੇ ਨਾਲ ਕਹਿੰਦੇ ਜਿਹੜੇ ਸੀਗੇ ਵੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ, ਕਹਿੰਦੇ ਉਹ ਦੁਨੀਆ 'ਤੇ ਵੀ ਕਹਿੰਦੇ ਕਾਫੀ ਭਾਰ ਪਿਆ। ਉਹ ਵੀ ਲੋਕੀ ਬਹੁਤ ਮਰ ਗਏ। ਕਹਿੰਦੇ ਵੀ ਫੇਰ ਤੈਨੂੰ ਪਰਮਾਤਮਾ ਉਹਨਾਂ ਦੀ ਹਾਲਤ ਦੇਖ ਕੇ ਤੈਨੂੰ ਕਹਿੰਦੇ ਤਰਸ ਨਹੀਂ ਆਇਆ। ਕਹਿੰਦੇ ਵੀ ਇਹ ਜੋ ਪਰਮਾਤਮਾ ਫਿਰ ਕਰਦਾ ਹੈ, ਤਾਂ ਇਹ ਇੱਕ ਮਤਲਬ ਇੱਕ ਨੂੰ ਤਾਕਤ ਦੇ ਕੇ ਅਤੇ ਦੂਜੇ 'ਤੇ ਕਹਿੰਦੇ ਫਿਰ ਉਹਨੂੰ ਸਿੱਖਿਆ ਦੇਣ ਦੇ ਲਈ ਇੱਦਾਂ ਉਹਨੇ ਹਮਲਾ ਕਰਵਾਇਆ, ਪਰ ਆਪ ਦੋਸ਼ ਨਹੀਂ ਲਿਆ। ਕਹਿੰਦੇ ਇਹ ਦੂਜੇ ਮੁਗਲਾਂ 'ਤੇ ਫਿਰ ਦੋਸ਼ ਆ ਗਿਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨ ਹੋਈ ਰਹਾਓ। ਕਹਿੰਦੇ ਹੇ ਪਰਮਾਤਮਾ ਜੀ, ਸਾਰਿਆਂ ਦੀ ਸੰਭਾਲ ਤੂੰ ਹੀ ਕਰਨ ਵਾਲਾ, ਪਰ ਜੇ ਇੱਕ ਤਕੜਾ ਦੂਜੇ ਤਕੜੇ ਦੇ ਨਾਲ ਲੜੇ ਤਾਂ ਬਰਾਬਰ ਦੇ ਹੋ ਗਏ। ਕਹਿੰਦੇ ਫਿਰ ਮਨ ਨੂੰ ਕੋਈ ਰੋਸ ਨਹੀਂ ਹੁੰਦਾ। ਪਰ ਕਹਿੰਦੇ ਇੱਥੇ ਤਾਂ ਇੱਕ ਧਿਰ ਕਹਿੰਦੇ ਤਕੜੀ ਆ, ਇੱਕ ਮਾੜੀ ਆ। ਕਹਿੰਦੇ ਮਾੜਿਆਂ ਦਾ ਬਹੁਤਾ ਨੁਕਸਾਨ ਹੋ ਗਿਆ, ਉਹਨਾਂ ਨੂੰ ਦੇਖ ਕੇ ਤੈਨੂੰ ਤਰਸ ਨਹੀਂ ਆਇਆ ਪਰਮਾਤਮਾ ਜੀ। ਸਕਤਾ ਸਿਹੀ ਮਾਰੇ ਪੈ ਵੱਗੇ, ਖਸਮੇ ਸਾਪੁਰ ਸਾਈ। ਰਤਨ ਵਿਗਾੜ ਵਿਗੋਏ, ਕੁੱਤੀ ਮੋਇਆ ਸਾਰ ਨਕਾਈ। ਕਹਿੰਦੇ ਜੇ ਤਾਂ ਹੋਵੇ ਬਈ ਦੋਨੇ ਧਿਰਾਂ ਬਰਾਬਰ ਨੇ, ਫਿਰ ਤਾਂ ਕੋਈ ਗੱਲ ਨਹੀਂ। ਕਹਿੰਦੇ ਜੇ ਇੱਕ ਪਾਸੇ ਸ਼ੇਰ ਹੋਵੇ, ਦੂਜੇ ਪਾਸੇ ਗਾਈਆਂ ਦਾ ਵੱਗ ਹੋਵੇ, ਜੇ ਫਿਰ ਕਹਿੰਦੇ ਗਾਈਆਂ ਦੇ ਵੱਗ ਦੇ ਉੱਪਰ ਸ਼ੇਰ ਹਮਲਾ ਕਰੇ, ਫਿਰ ਤਾਂ ਜਿਹੜਾ ਗਾਈਆਂ ਦਾ ਕਹਿੰਦੇ ਮਾਲਕ ਆ, ਫਿਰ ਉਹਦੇ ਕੋਲੋਂ ਹੀ ਪੁੱਛ ਪ੍ਰਤੀਤ ਹੁੰਦੀ ਹੈ ਵੀ ਤੂੰ ਰਾਖੀ ਕਿਉਂ ਨਹੀਂ ਕੀਤੀ। ਕਹਿੰਦੇ ਜਿਹੜੇ ਇਹ ਹਿੰਦੂ ਪਠਾਨ ਰਾਜੇ ਸੀ, ਕਹਿੰਦੇ ਇਹਨਾਂ ਨੇ ਮਤਲਬ ਦੇਸ਼ ਦਾ ਕਹਿੰਦੇ ਵੀ ਬੜਾ ਬੁਰਾ ਕੀਤਾ। ਰਤਨ ਸੀ ਦੇਸ਼, ਮਤਲਬ ਉਹਦਾ ਬੁਰਾ ਕੀਤਾ, ਵੀ ਉਹਦੀ ਸੰਭਾਲ ਨਹੀਂ ਕੀਤੀ। ਹੁਣ ਕਹਿੰਦੇ ਵੀ ਮਤਲਬ ਇਹਨਾਂ ਦੀ ਇੰਨੀ ਬੁਰੀ ਹਾਲਤ ਹੋਈ ਆ, ਕਹਿੰਦੇ ਹੁਣ ਇਹਨਾਂ ਦੀ ਕੋਈ ਸਾਰ ਨਹੀਂ ਪੁੱਛਦਾ ਹੈਗਾ, ਵੀ ਹੁਣ ਇੱਦਾਂ ਮਰੇ ਪਏ ਨੇ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਪਾਣੇ। ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ। ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਕਹਿੰਦੇ ਪਰਮਾਤਮਾ ਇਸ ਤਰ੍ਹਾਂ ਹੀ ਜਦੋਂ ਉੱਥੇ ਫਿਰ ਇਹ ਹੋਇਆ ਹਮਲਾ ਹੋਇਆ, ਪਹਿਲਾਂ ਜਿਹੜੇ ਜੀਵ
ਇਕੱਠੇ ਕੀਤੇ ਸੀ ਪਰਿਵਾਰ ਪਰਮਾਤਮਾ ਨੇ, ਹੁਣ ਉਹੀ ਕਹਿੰਦੇ ਵਿਛੜ ਗਏ ਨੇ। ਇਹ ਕਹਿੰਦੇ ਪਰਮਾਤਮਾ ਤੇਰੇ ਹੀ ਕਹਿੰਦੇ ਅਸਚਰਜ ਖੇਡ ਨੇ, ਇਹ ਕਹਿੰਦੇ ਸਾਡੀ ਸਮਝ ਵਿੱਚ ਨਹੀਂ ਆਉਂਦੇ। ਕਿਵੇਂ ਪਹਿਲਾਂ ਪਰਿਵਾਰ ਜੋੜੇ ਸੀ, ਹੁਣ ਕਹਿੰਦੇ ਉਹਨਾਂ ਦੇ ਵਿਛੋੜੇ ਪੈ ਗਏ ਨੇ। ਜੇ ਕੋਈ ਕਹਿੰਦੇ ਆਪਣਾ ਆਪ ਨੂੰ ਵੱਡਾ ਸਮਝੇ ਅਤੇ ਆਪਣੀ ਮਨਮਰਜ਼ੀ ਕਰੇ, ਕਹਿੰਦੇ ਪਰਮਾਤਮਾ ਦੀ ਨਜ਼ਰ ਤੋਂ ਕਹਿੰਦੇ ਉਹ ਲੁਕਿਆ ਨਹੀਂ ਰਹਿ ਸਕਦਾ, ਕਿਉਂਕਿ ਕਹਿੰਦੇ ਪਰਮਾਤਮਾ ਦੀ ਨਜ਼ਰ ਦੇ ਵਿੱਚ ਤਾਂ ਛੋਟੇ ਤੋਂ ਛੋਟਾ ਕੀੜਾ ਵੀ ਕੀ ਦਾਣੇ ਚੁਗਦਾ ਹੈ, ਉਹ ਵੀ ਪਰਮਾਤਮਾ ਦੀ ਮਿਹਰ ਦੇ ਵਿੱਚ ਚੁਗਦਾ ਹੈ। ਅਤੇ ਉਹ ਪਰਮਾਤਮਾ ਨੂੰ ਸਭ ਪਤਾ ਹੁੰਦਾ ਹੈ ਕਿ ਕੌਣ ਕੀ ਕਰ ਰਿਹਾ। ਪਰਮਾਤਮਾ ਤੋਂ ਕਿਸੇ ਦਾ ਵੀ ਕੀਤਾ ਹੋਇਆ ਕੋਈ ਕਰਮ ਲੁਕ ਨਹੀਂ ਸਕਦਾ ਹੈ। ਕਹਿੰਦੇ ਜੇ ਜੀਵ ਕਹਿੰਦੇ ਆਪਾ ਮਾਰ ਕੇ ਉਸ ਪਰਮਾਤਮਾ ਦਾ ਕਹਿੰਦੇ ਨਾਂ ਜਪਦੇ ਨੇ, ਉਹੀ ਕਹਿੰਦੇ ਆਪਣਾ ਜੀਵਨ ਸਫਲ ਕਰਕੇ ਜਾਂਦੇ ਨੇ। ਇਸ ਲਈ ਸਾਡੇ ਲਈ ਇਹੀ ਫੱਬਦਾ ਹੈ ਕਿ ਅਸੀਂ ਉਸ ਪਰਮਾਤਮਾ ਦਾ ਨਾਮ ਜਪੀਏ। ਨਾਮ ਦੇ ਨਾਲ ਅੰਦਰੋਂ ਆਪਾ ਭਾਵ ਅਤੇ ਹਉਮੈ ਮਰ ਜਾਂਦੀ ਹੈ। ਹਾਂਜੀ ਸੰਗਤ ਜੀ, ਇੰਨੀ ਵਿਚਾਰ ਪ੍ਰਵਾਨ ਕਰਨੀ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।